लैके कलगी धर तो थप्पड़ा दिता चरनी सीस नवा बंदा सिंह बहादुर बन गया लिया मादो ना बदला ओदे थर थर डोले फड़कदे गया खून अखां दे विच आ। दिल्ली दे विच जे पंजाब दीआं मातावां दे चरण पए ने ना ये धरती लक्की आ। सब वो मालक दीआं खेडां ने। कदे किसी ने सोचिया सी कि दिल्ली दे विच इदां तंबू ला देणगे गुरु दी फौज घोड़े लैके आऊगी। हाँ जी मातावां साडियां 80-80 साल वालियां रोटियां पकाई जानियां, बजुर्ग डंड मारदे सवेरे उठ के चढ़दी कला च। मैं तो अपने आप नूं कर्मां वाला भागां वाला समझदा, मैनूं उत्थे आउण दा मौका मिलिया। बाहर तड़फदे बहुत सी, उत्थे दे मुंडे कुड़ियां जिहड़े इत्थों गए ने स्टूडेंट्स कैनेडा दे विच, वो जे 12-12 घंटे शिफ्ट ला के ना ਜਦੋਂ ਉਹਨਾਂ ਨੂੰ 10 ਮਿੰਟ ਰੋਟੀ ਖਾਣ ਦਾ ਟਾਈਮ ਮਿਲਦਾ ਉਹ ਰੋਟੀ ਨਹੀਂ ਖਾਂਦੇ, ਉਹ ਦਵਦਾ ਫੋਨ ਚੱਕ ਕੇ ਆਪਣਾ ਇੱਥੇ ਬਾਰੇ ਸੋਚਦੇ ਆ। ਤਾਂ ਉੱਥੇ ਜੇ $100 ਕੋ ਕਮਾਦਾ ਨਾ ਟੈਕਸੀ ਵਾਲਾ, ਉਹ ਅਗਲਾ ਕਹਿੰਦਾ ਵੀ ਮੈਂ ਯਾਰ 40 ਰੱਖਣੇ 60 ਉੱਥੇ ਮੇਰੇ ਕਿਤੇ ਲਾ ਦੇ। ਇਹ ਤੋਂ ਵੱਡਾ ਸਹਿਯੋਗ ਕੀ ਹੋ ਸਕਦਾ। ਇੱਥੇ ਇਦਾਂ ਦੇ ਵੀ ਆਏ ਹੋਏ ਨੇ ਜਿਹਨਾਂ ਦੀ ਜ਼ਮੀਨ ਕੋਈ ਨਹੀਂ ਹੈ, ਪਰ ਜ਼ਮੀਰ ਮਤਲਬ 100 ਕਿੱਲੇ ਵਾਲੀ ਆ। ਤੁਹਾਡਾ ਖਾਸ ਕਰਕੇ ਇਸ ਤੰਬੂ ਦੇ ਵਿੱਚ ਰਹਿਣਾ, ਰਾਤ ਕੱਟਣੀ, ਕੀ ਜ਼ਹਿਨ ਦੇ ਵਿੱਚ? ਪਹਿਲੀ ਵਾਰ ਆਇਆ ਮੈਂ, ਮੁੰਡੇ ਕਹਿੰਦੇ ਹੋਟਲ ਜਾਣਾ, ਮੈਂ ਹੋਟਲ ਨਹੀਂ ਜਾਣਾ ਯਾਰ। ਫਿਰ ਹੋਟਲ 'ਚ ਆ ਗਏ ਤਾਂ ਫਿਰ ਚਾਹੇ ਉੱਥੇ ਰਹਿ ਲੈ ਕੈਨੇਡਾ ਚਾਹੇ ਜਿੱਥੇ ਮਰਜੀ, ਵੀ ਇੱਕ ਫੀਲ ਲੈਣੀ ਆ ਵੀ ਰੋਜ਼ ਰਾਤ ਨੂੰ ਪੈਂਦੇ ਨੇ ਟਰਾਲੀਆਂ 'ਚ ਜਾਂ ਟੈਂਟ ਦੇ ਵਿੱਚ ਤੰਬੂ 'ਚ ਕਿਵੇਂ ਰਾਤ ਨਿਕਲਦੀ ਹੈ। ਪੰਜਾਬੀ ਇੰਡਸਟਰੀ ਦੇ ਬੰਦੇ ਉਹ ਜਿਹੜੇ ਅੱਜ ਬਾਲੀਵੁੱਡ 'ਚ ਵੀ ਜਾ ਕੇ ਸਟਾਰ ਬਣ ਗਏ, ਕਈ ਹੈਗੇ ਨੇ ਇੱਦਾਂ ਦੇ, ਤੇ ਉਹ ਹਲੇ ਕੁਝ ਨਹੀਂ ਬੋਲ ਰਹੇ। ਉਹਨਾਂ ਨੂੰ ਡਰ ਹੀ ਇਹ ਹੈ ਕਿ ਅੱਜ ਜੇ ਅਸੀਂ ਬੋਲੇ ਤਾਂ ਕੱਲ੍ਹ ਨੂੰ ਸਾਡੇ ਰੇਡਾਂ ਵੱਜਣਗੀਆਂ, ਈਡੀ ਦੀ ਰੇਡ ਵੱਜੂਗੀ, CBI ਦੀ ਰੇਡ ਵੱਜੂਗੀ। ਉਹ ਬੜੇ ਭਰਮ ਨੇ, ਉਹ ਰੇਡ ਪੈ ਜਾਣਗੇ ਫਿਰ ਕੀ ਹੋ ਜਾਊਗਾ। ਆ ਲੋਕਾਂ ਦਾ ਅੱਗੇ ਮੂੰਹ ਤਾਂ ਦਿਖਾ ਸਕੋਗੇ ਲੀਸਟ ਤੁਸੀਂ, ਹੈ ਨਾ। ਹੁਣ ਰੇਡ ਤਾਂ ਨਹੀਂ ਪਊਗੀ, ਕੀ ਉਹ ਲੋਕਾਂ ਦੇ ਸਾਹਮਣੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਲੈਣਗੇ। ਕਦੇ ਪੰਜਾਬ 'ਚ ਆ ਕੇ ਕਹਿ ਦਾਂਗੇ ਵੀ ਹਾਂ ਮੈਂ ਪੰਜਾਬ ਦਾ ਪੁੱਤ ਹਾਂ। ਹਾਂਜੀ ਫਿਰ ਗੱਲ ਤਾਂ ਇਹ ਹੈ ਨਾ, ਜ਼ਮੀਰ ਜਾਗਦੀ ਜ਼ਮੀਰ ਚਾਹੀਦੀ। ਤਾਂ ਕੰਟਰੀ ਦੀ ਬੇਇੱਜ਼ਤੀ ਹੋ ਰਹੀ ਬਹੁਤ ਜ਼ਿਆਦਾ ਵੀ ਐਡੇ ਕਿੱਡਾ ਮਸਲਾ ਹੋ ਗਿਆ ਜੇ ਲੱਖਾਂ ਕਰੋੜਾਂ ਬੰਦੇ ਰੋਡ ਤੇ ਆ, ਠੀਕ ਹੈ, ਸਾਰੀ ਦੁਨੀਆ ਨਾਲ ਆ, ਵੀ ਇਹੋ ਜਿਹੀ ਕਿਹੜੇ ਤੁਸੀਂ ਕਾਨੂੰਨ ਪਾਸ ਕਰਤੇ ਵੀ ਜਿਹੜੇ ਧੱਕੇ ਨਾਲ ਥੋਪ ਰਹੇ ਹੋ। ਦੇਸ਼ ਲਈ ਜਿਹੜੇ ਫਾਂਸੀ ਚੜ ਗਏ ਉਹ ਵੀ ਸੀ ਪੰਜਾਬੀ, ਦੇਸ਼ ਲਈ ਜਿਹੜੇ ਲੰਡਨ ਵੜ ਗਏ ਉਹ ਵੀ ਸੀ ਪੰਜਾਬੀ, ਦੇਸ਼ ਲਈ ਬਾਰਡਰਾਂ ਉੱਤੇ ਮਰ ਗਏ ਉਹ ਵੀ ਸੀ ਪੰਜਾਬੀ, ਧੀਆਂ ਬਚਾ ਲਿਆਏ ਸੀ ਗਜਨੀਓ 12 ਵਜੇ ਪੰਜਾਬੀ, ਫੇਰ ਵੀ ਲਾਉਣਾ ਪੈਂਦਾ ਸਾਨੂੰ ਹੱਕ ਆਪਣੇ ਲਈ ਧਰਨਾ। ਹੋ ਗੱਲ ਸੁਣ ਲੈ ਕੰਨ ਖੋਲ ਕੇ ਦਿੱਲੀਏ, ਸਾਡੇ ਨਾਲ ਜੇ ਲੜਨਾ ਉੱਡਿਆ ਤੀਰ ਪੰਜਾਬ ਚੋਂ ਤਿੱਖਾ ਫੜ ਲੋ ਜੀ ਨੇ ਫੜਨਾ। ਤਾਂ ਹੁਣ ਵਾਲਾ ਬਾਈ ਜੀ ਸਿੱਧੇ ਵਿਦੇਸ਼ ਦੀ ਧਰਤੀ ਤੋਂ ਇੱਥੇ ਜਦੋਂ ਲੈਂਡ ਕੀਤੇ, ਬਹੁਤ ਸਾਰੀਆਂ ਤਸਵੀਰਾਂ ਪਹਿਲਾਂ ਤੁਹਾਡੇ ਤੱਕ ਮੋਬਾਈਲ ਦੇ ਜ਼ਰੀਏ ਪਹੁੰਚ ਰਹੀਆਂ ਹੋਣੀਆਂ ਨੇ, ਤਸਵੀਰਾਂ ਪਹੁੰਚ ਰਹੀਆਂ ਹੋਣੀਆਂ ਨੇ ਕਿ ਇਸ ਤਰੀਕੇ ਨਾਲ ਨੌਜਵਾਨਾਂ ਤੇ ਬੁਛਾੜਾਂ, ਬਜ਼ੁਰਗਾਂ ਦੇ ਸੱਟਾਂ ਲੱਗੀਆਂ, ਬੀਬੀਆਂ ਰਾਤਾਂ ਕੱਟਣ ਦੇ ਲਈ ਮਜਬੂਰ ਸੀ। ਉਹ ਜਦੋਂ ਆਣ ਕੇ ਦੇਖਿਆ ਇੱਥੇ, ਪਹਿਲੇ ਜ਼ਹਿਨ ਦੇ ਵਿੱਚ ਕੀ ਸ਼ਬਦ ਆਏ ਜਾਂ ਕੀ ਚੀਜ਼ ਚੱਲੀ ਦਿਮਾਗ? ਮਤਲਬ ਧੰਨ ਧਰਤੀ ਹੈ ਇਹ ਵੀ ਜਿੱਥੇ ਵਾਕਈ ਇਹ ਸਹੀ ਗੱਲ ਹੈ। ਦਿੱਲੀ ਦੇ ਵਿੱਚ ਜੇ ਪੰਜਾਬ ਦੀਆਂ ਮਾਤਾਵਾਂ ਦੇ ਚਰਨ ਪਏ ਨੇ ਨਾ, ਇਹ ਧਰਤੀ ਲੱਕੀ ਆ। ਕਿਉਂਕਿ ਲੱਕੀ ਕਿਉਂ ਆ? ਕਿਉਂਕਿ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਵੀ ਸਾਡੇ ਜੀ ਨੇ ਆਪਣਾ ਸੀਸ ਵਾਰਿਆ ਸੀ, ਹੈ ਨਾ। ਸੋ ਇਸ ਕਰਕੇ ਉਹ ਸਭ ਉਹ ਮਾਲਕ ਦੀਆਂ ਖੇਡਾਂ ਨੇ ਇਹ। ਕਦੇ ਕਿਸੇ ਨੇ ਸੋਚਿਆ ਸੀ ਕਿ ਦਿੱਲੀ ਦੇ ਵਿੱਚ ਇੱਦਾਂ ਤੰਬੂ ਲਾ ਦੇਣਗੇ ਗੁਰੂ ਦੀ ਫੌਜ ਘੋੜੇ ਲੈ ਕੇ ਆਊਗੀ। ਹਾਂਜੀ ਮਾਤਾਵਾਂ ਸਾਡੀਆਂ 80-80 ਸਾਲ ਵਾਲੀਆਂ ਰੋਟੀਆਂ ਪਕਾਈ ਜਾਂਦੀਆਂ, ਬਜ਼ੁਰਗ ਡੰਡ ਮਾਰਦੇ ਸਵੇਰੇ ਉੱਠ ਕੇ ਚੜ੍ਹਦੀ ਕਲਾ 'ਚ। ਹਾਂਜੀ ਤੇ ਛੋਟੇ ਛੋਟੇ ਬੱਚੇ ਨਾਲ ਆਏ ਨੇ, ਪੋਤਰੇ ਦੋਤਰੇ ਸਾਰਿਆਂ ਦੇ, ਹੈ ਨਾ। ਸੋ ਇਹ ਦੇਖ ਕੇ ਇੱਕ ਹਿਸਟਰੀ ਕ੍ਰੀਏਟ ਹੋ ਰਹੀ ਹੈ ਇਹ। ਸੋ ਮੈਂ ਤਾਂ ਆਪਣੇ ਆਪ ਨੂੰ ਕਰਮਾਂ ਵਾਲਾ ਭਾਗਾਂ ਵਾਲਾ ਸਮਝਦਾ, ਮੈਨੂੰ ਉੱਥੇ ਆਉਣ ਦਾ ਮੌਕਾ ਮਿਲਿਆ। ਬਾਹਰ ਤੜਫਦੇ ਬਹੁਤ ਸੀ। ਸੋ ਮੇਰੇ ਵਰਗੇ ਜਿੰਨੇ ਵੀ ਨੇ, ਉਹ ਚਾਹੇ ਉੱਥੇ ਦੇ ਮੁੰਡੇ ਕੁੜੀਆਂ ਜਿਹੜੇ ਇੱਥੋਂ ਗਏ ਨੇ ਸਟੂਡੈਂਟਸ ਕੈਨੇਡਾ ਦੇ ਵਿੱਚ, ਉਹ ਜੇ 12-12 ਘੰਟੇ ਸ਼ਿਫਟ ਲਾ ਕੇ ਨਾ ਜਦੋਂ ਉਹਨਾਂ ਨੂੰ 10 ਮਿੰਟ ਰੋਟੀ ਖਾਣ ਦਾ ਟਾਈਮ ਮਿਲਦਾ ਉਹ ਰੋਟੀ ਨਹੀਂ ਖਾਂਦੇ, ਉਹ ਦਵਦਾ ਫੋਨ ਚੱਕ ਕੇ ਆਪਣਾ ਇੱਥੇ ਬਾਰੇ ਸੋਚਦੇ ਆ। ਬੜੀ ਅਹਿਮੀਅਤ ਹੈ ਇਸ ਸੰਘਰਸ਼ ਦੀ ਸਾਡੇ ਲਈ, ਕਿਉਂਕਿ ਇਹ ਸੰਘਰਸ਼ ਇਸ ਵੇਲੇ ਸਾਨੂੰ ਹੋਂਦ ਦੀ ਯਾਦ ਦਿਵਾ ਰਿਹਾ ਕਿ ਹੋਂਦ ਦੀ ਗੱਲ ਆ ਗਈ। ਬਿਲਕੁਲ ਬਿਲਕੁਲ ਹੋਂਦ ਦੀ ਬਾਤ। ਮਤਲਬ ਕੋਈ ਵੀ ਇਹੋ ਜਿਹਾ ਇਨਸਾਨ ਹੈ ਨਹੀਂਗਾ ਦੁਨੀਆ 'ਤੇ ਜਾਗਦੀ ਜ਼ਮੀਰ ਵਾਲਾ।
ਕਈ ਹੋਣਗੇ ਜਿਨ੍ਹਾਂ ਦੀ ਜ਼ਮੀਰ ਹੈ ਨਹੀਂ ਗੀ ਹਨਾ, ਪਰ ਇੱਥੇ ਇਦਾਂ ਦੇ ਵੀ ਆਏ ਹੋਏ ਨੇ ਜਿਨ੍ਹਾਂ ਦੀ ਜ਼ਮੀਨ ਕੋਈ ਨਹੀਂ ਹੈ ਪਰ ਜ਼ਮੀਰ ਮਤਲਬ 100 ਕਿੱਲੇ ਵਾਲੀ ਆ ਤਾਂ ਨਾ। ਸੋ ਇਹ ਜ਼ਰੂਰੀ ਗੱਲ ਹੈ। ਬਈ ਤੁਸੀਂ ਜਦੋਂ ਆਪਾਂ ਵਿਦੇਸ਼ ਦੀ ਗੱਲ ਕਰੀਏ NRI ਭਰਾਵਾਂ ਦਾ ਵੀ ਵੱਡਾ ਸਹਿਯੋਗ ਰਹਿੰਦਾ ਹਮੇਸ਼ਾ ਪੰਜਾਬ ਦੇ ਲਈ, ਖਾਸ ਕਰਕੇ ਜਦੋਂ ਤੁਸੀਂ ਹੁਣ ਵੀ ਵਿਦੇਸ਼ ਦੀ ਧਰਤੀ ਤੇ ਸੀਗੇ ਤੇ ਉੱਥੇ NRI ਵੀਰਾਂ ਦੇ ਨਾਲ ਮਿਲਦੇ ਸੀਗੇ, ਕੀ ਗੱਲਾਂ ਬਾਤਾਂ ਆਪਸ 'ਚ ਕੀ ਹੋ ਰਹੀਆਂ? ਦੇਖੋ NRI ਵੀਰ ਕੁਦਰਤੀ ਗੱਲ ਹੈ। ਪਹਿਲੀ ਗੱਲ ਤਾਂ ਜਿਹੜੇ ਸਪੋਰਟਸ ਨਾਲ ਜੁੜੇ ਹੋਏ ਨੇ, ਹੁਣ ਮੰਗੀ ਬਾਈ ਬੱਗੇ ਵਾਲਾ ਤੇ ਆਪਣੇ ਟੂਨੀ ਬਾਈ ਹੁਣੀ ਨੇ ਸਾਰੇ ਕਦੇ ਸੋਚਿਆ ਸੀ ਵੀ ਕਬੱਡੀ ਵਾਲੇ ਮੁੰਡੇ ਨੇ, ਠੀਕ ਹੈ, ਤਾਂ ਮਤਲਬ ਇਹਨਾਂ ਕੋਲ ਇੰਨਾ ਟਾਈਮ ਹੋਊ, ਇਹਨਾਂ ਨੇ ਡਿਊਟੀਆਂ ਸਾਂਭੀਆਂ ਇਹੋ ਜਿਹੀਆਂ, ਇੱਕ ਤਾਂ ਸਿਕਿਉਰਿਟੀ ਰਾਤ ਨੂੰ ਕਰਨੀ ਆ ਵੀ ਇੱਧਰ ਕੋਈ ਗਲਤ ਬੰਦਾ ਨਾ ਆ ਜਾਵੇ, ਹਾਂਜੀ, ਤੇ ਡਿਊਟੀਆਂ ਸਾਂਭੀਆਂ ਨੇ ਵੀ ਕੱਪੜੇ ਧੋ ਕੇ ਪ੍ਰੈਸ ਕਰਕੇ ਅਗਲੇ ਨੂੰ ਦੇ ਰਹੇ ਨੇ, ਲੰਗਰ ਪਾਣੀ ਤਾਂ ਚਲੋ ਚੱਲਦਾ ਹੀ ਆ ਹੈ ਨਾ। ਇਹ ਮਤਲਬ ਟੌਪ ਦੇ ਖਿਡਾਰੀ ਨੇ, ਦੁਨੀਆ ਭਰ ਦੇ ਵਿੱਚ ਨਾਂ ਕਮਾਇਆ ਹੋਇਆ ਹੈ ਨਾ। ਤੇ NRI ਵੀਰਾਂ ਦਾ ਇਹੀ ਸਹਿਯੋਗ ਹੈ। ਉਹ ਜਦੋਂ ਦੇਖਦੇ ਆ ਯਾਰ ਵੀ ਮੰਗੀ ਬਾਈ ਤਾਂ ਉੱਥੇ ਬੈਠਾ ਡਟਿਆ ਹੋਇਆ, ਅਸੀਂ ਕਿਉਂ ਨਹੀਂ ਡਟੀਏ ਹੈ, ਤੇ ਉਹ ਗਾਹਾਂ ਫਿਰ ਉਹਨਾਂ ਦੇ ਸਹਿਯੋਗ ਹੁੰਦੇ ਆ। ਹੁਣ ਮੈਂ ਇੱਥੇ ਬੈਠਾ, ਉਹ ਦੇਖਦੇ ਅੱਛਾ ਦੁਰਗਾਪੁਰੀਆ ਪਹੁੰਚ ਗਿਆ ਵੀ, ਚੱਲ ਵੀ ਭਾਈ ਆਪਾਂ ਵੀ ਕੁਛ ਕਰੀਏ। ਇਹ ਬਹੁਤ ਯੋਗਦਾਨ ਹੈ। ਮੈਂ ਤੁਹਾਨੂੰ ਦੱਸਦਾ, ਉੱਥੇ ਜੇ $100 ਕੋਈ ਕਮਾਦਾ ਨਾ ਟੈਕਸੀ ਵਾਲਾ, ਉਹ ਅਗਲਾ ਕਹਿੰਦਾ ਵੀ ਮੈਂ ਯਾਰ 40 ਰੱਖਣੇ 60 ਉੱਥੇ ਮੇਰੇ ਕਿਤੇ ਲਾ ਦੇ। ਇਹ ਤੋਂ ਵੱਡਾ ਸਹਿਯੋਗ ਕੀ ਹੋ ਸਕਦਾ? ਭਾਈ ਬੜੀ ਅਹਿਮੀਅਤ ਹੈ ਇਸ ਚੀਜ਼ ਦੀ ਇਸ ਵੇਲੇ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਕੱਲਾ ਨੌਜਵਾਨ, ਆਪਾਂ ਕਹਿ ਲਈਏ ਕਿ ਪਰਮਾਤਮਾ ਦੀ ਹੀ ਇਹ ਕਹਿ ਲਈਏ ਕਲਾ ਵਰਤ ਰਹੀ ਹੈ ਇਸ ਵੇਲੇ, ਕਿ ਇਹ ਸੰਘਰਸ਼ ਹੋਣਾ ਸੀ। ਇਸ ਤੋਂ ਪਹਿਲਾਂ ਕਰੋਨਾ ਆ ਗਿਆ, ਸਾਰੇ ਵਿਹਲੇ ਹੋ ਗਏ, ਵਿਹਲੇ ਹੋ ਕੇ ਹੁਣ ਸਾਰਿਆਂ ਨੂੰ ਮੌਕਾ ਮਿਲ ਗਿਆ ਵੀ ਇਸ ਸੰਘਰਸ਼ ਦੇ ਵਿੱਚ ਇਸ ਵੇਲੇ ਸਾਰਾ ਕੁਝ ਦਾਅ ਤੇ ਲਾ ਦਈਏ, ਕਿਉਂਕਿ ਇਸ ਤੋਂ ਬਾਅਦ ਸਭ ਤੋਂ ਬਚਣ ਦਾ ਨਹੀਂ। ਬਿਲਕੁਲ, ਦੇਖੋ ਸਾਰਾ ਹੀ ਸਾਲ ਸਾਰੀ ਦੁਨੀਆ ਲਈ ਮਾੜਾ ਰਿਹਾ ਹੈ। 2020 ਇਹਦਾ ਖਤਮ ਹੀ ਜਿੱਦਾਂ ਸੀਗਾ। ਸਭ ਤੋਂ ਜਿਹੜੀ ਵਧੀਆ ਚੀਜ਼ ਮੈਂ ਕਹਿਣਾ ਹੈ ਨਾ, ਭਾਵੇਂ ਇਹ ਖਿਲਾਫ ਜਾ ਰਹੀ ਹੈ, ਜੋ ਮਰਜ਼ੀ ਹੱਲੇ ਬਿੱਲ ਨਹੀਂ ਰੱਦ ਹੋਏ, ਲੇਕਿਨ ਉਹ ਇੱਥੇ ਮੋਦੀ ਦੇ ਸ਼ੁਕਰਾਨਾ ਵੀ ਕਰਨਾ ਚਾਹੀਦਾ ਵੀ ਉਹਨੇ ਸਾਰੀ ਦੁਨੀਆ ਐਂ ਕਰਤੀ, ਇੱਕ ਮੁੱਠ ਕਰਤੀ ਆ। ਜਿਹੜੇ ਧਰਮਾਂ ਦੇ ਉੱਤੇ ਹਿੰਦੂ ਮੁਸਲਿਮ ਸਿੱਖ ਈਸਾਈ ਦੇ ਨਾਂ 'ਤੇ ਲੜਾਈਆਂ ਹੁੰਦੀਆਂ ਸੀ, ਡਿਵਾਈਡ ਐਂਡ ਰੂਲ ਵਾਲਾ ਕੰਮ ਹੁੰਦਾ ਸੀ, ਹਰਿਆਣੇ ਨਾਲ ਕਿੰਨਾ ਕੰਮ ਹੁੰਦਾ ਸੀ, ਉਹ ਹਰਿਆਣੇ ਵਾਲਿਆਂ ਨੇ ਛੋਟਾ ਹੀ ਭਰਾ ਹੋਣ ਦਾ ਐਨ ਪੂਰਾ ਨਿਭਾਇਆ ਵੀ ਹਟ ਭਾਈ ਤੂੰ ਬਾਅਦ 'ਚ ਆਈ, ਪਹਿਲਾਂ ਮੈਂ ਮੋਰੇ ਖੜਦਾ ਹੈ ਨਾ। ਇਹ ਤੋਂ ਵੱਡੀ ਗੱਲ ਕੀ ਹੋ ਸਕਦੀ? ਚਾਰੇ ਪਾਸੇ ਤੁਸੀਂ ਦੇਖੋ ਪੋਜ਼ਿਟਿਵ ਹੀ ਐਨਰਜੀ ਆ, ਪੋਜ਼ਿਟਿਵਿਟੀ ਹੈ ਨਾ। ਸਭ ਤੋਂ ਵਧੀਆ ਗੱਲ ਇਹ ਹੋਈ ਹੈ ਵੀ ਸਾਡੇ ਦੇ ਵਿੱਚ ਏਕਾ ਹੋ ਗਿਆ ਦੁਬਾਰਾ। ਜਿਹੜੀ ਕਿਤੇ ਨਾ ਕਿਤੇ ਸਰਕਾਰਾਂ ਨੇ ਆਪਣੀ ਮਫਾਦਾਂ ਦੇ ਲਈ ਵੰਡ ਪਾਈ ਸੀਗੀ ਕਿਤੇ ਨਾ ਕਿਤੇ, ਉਸ ਤੋਂ ਬਾਅਦ ਸਾਨੂੰ ਹੁਣ ਇਕੱਠੇ ਰਹਿਣ ਦਾ ਮੌਕਾ ਮਿਲ ਗਿਆ। ਇਹ ਪਿੱਛੇ ਤੇ ਗੱਲਾਂ ਚੱਲੀਆਂ, ਕਹਿੰਦੇ ਕਿ ਕੁਝ ਆਗੂ ਜਿਹੜੇ ਹਰਿਆਣਾ ਦੇ ਵਿੱਚ ਸੀ SYL ਦਾ ਮੁੱਦਾ ਦੁਬਾਰਾ ਉਭਾਰਨ ਡੇ ਸੀ, ਉਹ ਕਹਿੰਦੇ ਰਹਿਣ ਤੋਂ ਤੁਸੀਂ ਬਹਿ ਜਾਓ। ਮੈਂ ਦੇਖਦਾ ਰਹਿਣਾ ਵੀਡੀਓ, ਕਹਿੰਦੇ ਕੋਈ ਨਹੀਂ, ਉਹ ਅਸੀਂ ਆਪ ਹੀ ਨਹੀਂ ਜੱਟ ਲਾਂਗੇ, ਭਾਈ ਆ, ਠੀਕ ਹੈ ਨਾ। ਸਾਡੇ ਘਰ ਦਾ ਮਸਲਾ ਕਹਿੰਦੇ ਜੇ ਸਾਡੇ ਤੋਂ ਜ਼ਮੀਨ ਆ ਰਹੀ ਪਾਣੀ ਅਸੀਂ ਕੀ ਕਰਾਂਗੇ। ਹਾਂ ਬਿਲਕੁਲ ਹੈ ਨਾ। ਤੁਸੀਂ ਆਪ ਦੇਖੋ ਵੀ ਇੱਥੋਂ ਆਪਾਂ ਕਈ ਵਾਰਾਂ ਵੀ ਸੋਚਣੀ ਚਾਹੀਦੀ ਗੱਲ, ਕਿੰਨੇ ਸਾਲ ਕਿੰਨੇ ਸਦੀਆਂ ਸਾਡੇ ਨਾਲ ਇਹ ਧਰਮਾਂ ਦੇ ਨਾਂ 'ਤੇ ਉਹ ਖੇਡਦੇ ਰਹੇ ਆ ਰਾਜਨੀਤੀ, ਠੀਕ ਹੈ ਨਾ। ਹੁਣ ਇਹ ਰਾਜਨੀਤੀ ਸਭ ਖਤਮ ਹੋ ਗਈ ਆ। ਇੱਕ ਆ ਜਿਹੜਾ ਪੁਰਾਣੇ ਜਿੱਦਾਂ ਜ਼ਮਾਨੇ ਸੁਣਦੇ ਹੁੰਦੇ ਸੀ ਵੀ ਉਹ ਸਾਡੇ ਜ਼ਮਾਨੇ 'ਚ ਇੱਦਾਂ ਹੁੰਦਾ ਸੀ, ਹੁਣ ਇਹ ਪੁਰਾਣਾ ਜ਼ਮਾਨਾ ਆ ਗਿਆ ਹੈ ਨਾ। ਅਤੇ ਨਵੇਂ ਜਿਹੜੇ ਮੁੰਡੇ ਨੇ ਇੱਥੇ 19-20 ਸਾਲਾਂ ਦੇ, ਇਹਨਾਂ ਨੂੰ ਕੱਲ੍ਹ ਨੂੰ ਵਿਆਹ ਹੋਣੇ ਨੇ, ਨਿਆਣੇ ਹੋਣੇ ਨੇ, ਉਹ ਇੱਕ ਹਿਸਟਰੀ ਦੇਖ ਰਹੇ ਨੇ ਅੱਖੀਂ ਵੀ ਹਾਂ ਅਸੀਂ ਉੱਥੇ ਹੀ ਦੱਸਿਆ ਕਰਨਗੇ ਇਹ। ਬਿਲਕੁਲ, ਜਿਹੜਾ ਇਸ ਵੇਲੇ ਇਸ ਸੰਘਰਸ਼ ਦਾ ਹਿੱਸਾ ਨਾ ਬਣਿਆ, ਉਹਨੂੰ ਆਪਣੇ ਆਪ ਨੂੰ ਲੱਗਣਾ ਵੀ ਮੈਂ ਸ਼ਾਇਦ ਕੁਝ ਆਪਣੀ ਜ਼ਿੰਦਗੀ 'ਚੋਂ ਬਹੁਤ ਵੱਡਾ ਮੌਕਾ ਗਵਾ ਲਿਆ। ਬਾਈ ਇੱਕ ਮੈਂ ਇੱਥੇ ਦਿਖਾਵਾਂਗਾ, ਇੱਥੇ ਅਸੀਂ ਬੈਠੇ ਹਾਂ ਜਿੱਥੇ, ਇੱਕ ਵਾਰੀ ਤਸਵੀਰ ਨਜ਼ਰ ਮਾਰ ਲਓ, ਬਾਈ ਹੁਣੀ ਵੀ ਨਾਲ ਬੈਠੇ ਆ, ਮੰਗੀ ਬਾਈ ਹੁਣੀ ਵੀ ਆ ਗਏ ਇੱਥੇ, ਸਾਰੇ ਨਾਲ ਜੱਜੀ ਬੀ ਦੇ ਬਾਈ ਦੇ ਇੱਥੇ ਬੈਠੇ ਆ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਕਲਾਕਾਰ ਕੁਝ ਸਮੇਂ ਲਈ ਆਉਂਦੇ ਫਿਰ ਚਲੇ ਜਾਂਦੇ ਨੇ, ਪਰ ਬਾਈ ਤੁਹਾਡਾ ਇੱਥੇ ਇਸ ਤੰਬੂ ਦੇ ਵਿੱਚ ਰਾਤ ਕੱਟਣ ਦਾ ਮਕਸਦ ਕੀ ਹੈ? ਕਿਉਂਕਿ ਆਪਾਂ ਚਲੋ ਬਾਕੀਆਂ ਨੂੰ ਕੀ ਕਹਿਣਾ, ਕੁਝ ਵੀ ਕਹਿ ਨਹੀਂ ਸਕਦੇ, ਹਰੇਕ ਬੰਦਾ ਆਪਣੇ ਆਪਣੇ ਹਿੱਸੇ ਦਾ ਯੋਗਦਾਨ ਪਾ ਰਿਹਾ, ਪਰ ਤੁਹਾਡਾ ਖਾਸ ਕਰਕੇ ਤੰਬੂ ਦੇ ਵਿੱਚ ਰਹਿਣਾ, ਰਾਤ ਕੱਟਣੀ, ਕੀ ਜ਼ਿਹਨ ਦੇ ਵਿੱਚ ਆ? ਦੇਖੋ ਮਕਸਦ ਤਾਂ ਇਹੀ ਹੈ, ਜਿੱਦਾਂ ਮੈਂ ਪਹਿਲਾਂ ਦੱਸਿਆ ਸੀ, ਪਹਿਲੀ ਵਾਰ ਆਇਆ ਮੈਂ, ਮੁੰਡੇ ਕਹਿੰਦੇ ਹੋਟਲ ਜਾਣਾ, ਮੈਂ ਹੋਟਲ ਨਹੀਂ ਜਾਣਾ ਯਾਰ। ਫਿਰ ਹੋਟਲ 'ਚ ਆ ਗਏ ਤਾਂ ਫਿਰ ਚਾਹੇ ਉੱਥੇ ਰਹਿ ਲੈ ਕੈਨੇਡਾ, ਚਾਹੇ ਜਿੱਥੇ ਮਰਜੀ, ਵੀ ਇੱਕ ਫੀਲ ਲੈਣੀ ਆ ਵੀ ਰੋਜ਼ ਰਾਤ ਨੂੰ ਪੈਂਦੇ ਨੇ ਟਰਾਲੀਆਂ 'ਚ ਜਾਂ ਟੈਂਟ ਦੇ ਵਿੱਚ, ਤੰਬੂ 'ਚ ਕਿਵੇਂ ਰਾਤ ਨਿਕਲਦੀ ਹੈ ਨਾ। ਅਤੇ ਉਹ ਉਦੋਂ ਤੱਕ ਹੋ ਨਹੀਂ ਸਕਦੀ ਜਦ ਤੱਕ ਆਪ ਤੁਸੀਂ ਦੇਖੇ ਨਹੀਂ। ਅਤੇ ਮੈਂ ਹੁਣ ਉਹ ਨਜ਼ਾਰਾ ਹੀ ਨਹੀਂ ਦੱਸ ਸਕਦਾ ਤੁਹਾਨੂੰ, ਜਿੰਨਾ ਸਵਾਦ ਆਇਆ ਵੀ ਯਾਰ ਵੀ ਇੱਕ ਹੈ ਨਾ ਵਿੱਚ ਜਾਗ ਆ ਜਾਂਦੀ, ਹੌਰਨ ਵੱਜ ਗਿਆ, ਕਿਸੇ ਨੇ ਬੈਰੀਅਰ ਖਿੱਚ ਲਿਆ, ਹਾਕਾਂ ਪਈ ਜਾਂਦੇ, ਪਰ ਲੇਕਿਨ ਸਵੇਰ ਨੂੰ ਪ੍ਰਭਾਤ ਫੇਰੀ ਹੋ ਰਹੀ ਹੈ ਨਾ, ਸਤਨਾਮ ਵਾਹਿਗੁਰੂ ਹੋ ਰਹੇ, ਉਹ ਚੀਜ਼ ਫਿਰ ਹੈ ਨਾ। ਮੰਗੀ ਬਾਈ ਹੁਣੀ ਵੀ ਨਾਲ ਆ ਗਏ ਹੁਣ, ਇਹਨਾਂ ਦੀ ਕੀ ਭੂਮਿਕਾ ਰਹੀ ਹੈ ਤੁਹਾਡੇ ਹਿਸਾਬ ਨਾਲ ਇਸ ਸੰਘਰਸ਼ ਦੀ? ਤੁਸੀਂ ਦੱਸ ਵੀ ਰਹੇ ਪਹਿਲੇ ਤਾਂ ਇਹ ਮੰਗੀ ਬਾਈ ਸੰਗਦਾ ਬਹੁਤ ਆ ਹੈ ਨਾ, ਇਹ ਬਹੁਤ ਕੈਮਰੇ ਦੇ ਪਿੱਛੇ ਆਉਂਦਾ, ਲੇਕਿਨ ਮਾਣ ਵਾਲੀ ਗੱਲ ਆ ਵੀ ਪੰਜਾਬ ਦਾ ਨਹੀਂ ਇੰਡੀਆ ਦਾ ਨਾਂ ਵਰਲਡ ਵਾਈਡ ਬਾਈ ਨੇ ਕੀਤਾ ਹੋਇਆ। ਅਤੇ ਇਸੇ ਕਰਕੇ ਜਿੱਦਾਂ ਹੁਣ ਇਹ ਜੁੜੇ ਨੇ ਨਾਲ, ਠੀਕ ਹੈ ਨਾ, ਇਹਨਾਂ ਨੂੰ ਦੇਖ ਕੇ ਹੁੰਦਾ ਵੀ ਯਾਰ ਉਹ ਗਿਆ ਮੈਂ ਵੀ ਕਰਨਾ ਹੈ ਨਾ। ਅਤੇ ਸਾਡੀ ਜਦੋਂ ਇੱਥੇ ਮੈਂ ਆਇਆ ਅਤੇ ਗੱਲ ਹੋਈ, ਮੈਂ ਕਿਹਾ ਵੀ ਇੱਥੇ ਹੀ ਰਹਿਣਾ ਮੈਂ ਹੁਣ 4-5 ਦਿਨ, ਜਿੰਨੇ ਵੀ ਦਿਨ ਰਹੂੰਗਾ ਨਾ ਹੈ ਨਾ। ਇਹ ਤਾਂ ਕਹਿੰਦੇ ਮੋਸਟ ਵੈਲਕਮ ਹੈ ਨਾ। ਸੋ ਇਹ ਬਹੁਤ ਵਧੀਆ ਗੱਲ ਹੈ। ਸੇਵਾ ਹਰ ਇੱਕ ਬੰਦਾ ਆਪਣੇ ਆਪਣੇ ਤਰੀਕੇ ਨਾਲ ਨਿਭਾ ਰਿਹਾ, ਇਹਨਾਂ ਦੀ ਸੇਵਾ ਬਹੁਤ ਹੈ। ਜਿਹੜੀ ਚਲੋ ਆਹ
ਕੱਪੜੇ ਧੋਣ ਵਾਲੇ ਆ ਹੋ ਗਿਆ, ਰਾਤ ਨੂੰ ਜਿਹੜੇ ਸਿਕਿਉਰਿਟੀ ਦਾ ਕੰਮ ਆ ਖਾਸ ਕਰਕੇ ਨਾ, ਦਿਨੇ ਵੀ ਸਟੇਜ ਦੇ ਉੱਤੇ ਸਾਰੇ ਆਲੇ ਦੁਆਲੇ ਵੀ ਕੋਈ ਗਲਤ ਬੰਦਾ ਨਾ ਆ ਜਾਵੇ, ਬਹੁਤ ਜ਼ਿੰਮੇਵਾਰੀ ਵਾਲਾ ਕੰਮ ਆ ਤੇ ਖੂਬੀ ਨਿਭਾ ਰਹੇ ਨੇ ਬਾਈ ਹੁਣੀ ਸਾਰੇ। ਇਹੀ ਹੈ ਕਿਉਂਕਿ ਇਸ ਵੇਲੇ ਸੰਘਰਸ਼ ਨੂੰ ਅਨੁਸ਼ਾਸਿਤ ਰੱਖਣਾ ਬਹੁਤ ਜ਼ਰੂਰੀ ਹੈ ਇਸ ਵੇਲੇ। ਬਾਈ ਤੁਸੀਂ ਸਟੇਜ ਤੋਂ ਵੀ ਅੱਜ ਕੁਝ ਬਹੁਤ ਅਹਿਮ ਲਾਈਨਾਂ ਜਿਹੜੀਆਂ ਨੇ, ਕਿਉਂਕਿ ਕਲਾਕਾਰਾਂ ਦੀ ਇੱਕ ਗੱਲ ਬਹੁਤ ਅਹਿਮ ਰਹੀ ਹੈ ਕਿ ਜਿਹੜੇ ਗਾਣੇ ਆ ਰਹੇ ਨੇ ਲਗਾਤਾਰਤਾ ਦੇ ਵਿੱਚ ਉਹ ਬੜੇ ਜੋਸ਼ ਭਰ ਰਹੇ ਨੇ ਨੌਜਵਾਨਾਂ ਦੇ ਵਿੱਚ, ਤੇ ਉਹਨਾਂ ਦੇ ਕਰਕੇ ਆਪਾਂ ਕਹਿ ਲਈ ਵੀ ਮੋਟੀਵੇਸ਼ਨ ਮਿਲ ਰਹੀ ਹੈ ਉਹਨਾਂ ਨੂੰ, ਇੱਕ ਜ਼ੋਰ ਮਿਲ ਰਿਹਾ, ਉਹ ਸੰਘਰਸ਼ ਦੇ ਵਿੱਚ ਹੋਰ ਦੂਣ ਸਵਾਣੇ ਹੋ ਕੇ ਪਹੁੰਚ ਰਹੇ ਨੇ। ਉਹ ਲਾਈਨਾਂ ਜੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ। ਹਾਂਜੀ ਬਿਲਕੁਲ ਜੀ, ਇਹ ਮੁੰਡਾ ਬਠੀ ਪਸਾਣਾ ਵਾਲਾ ਉਹਦਾ ਲਿਖਿਆ ਤੇ ਸੇਮਾ ਬਰਿੰਦਰ ਸਾਡਾ ਮੁੰਡਾ ਉਹਨੇ ਪੂਰਾ ਕੀਤਾ ਗੀਤ ਤੇ ਚੰਦ ਲਾਈਨਾਂ ਸੁਣਾਉਣਾ। ਹੋ ਦੇਸ਼ ਲਈ ਜਿਹੜੇ ਫਾਂਸੀ ਚੜ ਗਏ ਉਹ ਵੀ ਸੀ ਪੰਜਾਬੀ, ਦੇਸ਼ ਲਈ ਜਿਹੜੇ ਲੰਡਨ ਵੜ ਗਏ ਉਹ ਵੀ ਸੀ ਪੰਜਾਬੀ, ਦੇਸ਼ ਲਈ ਬਾਰਡਰਾਂ ਉੱਤੇ ਮਰ ਗਏ ਉਹ ਵੀ ਸੀ ਪੰਜਾਬੀ, ਧੀਆਂ ਬਚਾ ਲਾਏ ਸੀ ਗਜਨੀਓ 12 ਵਜੇ ਪੰਜਾਬੀ, ਫੇਰ ਵੀ ਲਾਉਣਾ ਪੈਂਦਾ ਸਾਨੂੰ ਹੱਕ ਆਪਣੇ ਲਈ ਧਰਨਾ। ਹੋ ਗੱਲ ਸੁਣ ਲੈ ਕੰਨ ਖੋਲ ਕੇ ਦਿਲੀਏ ਸਾਡੇ ਨਾਲ ਜੇ ਲੜਨਾ, ਉੱਡਿਆ ਤੀਰ ਪੰਜਾਬ ਚੋਂ ਤਿੱਖਾ ਫੜ ਲੋ ਜੀ ਨੇ ਫੜਨਾ, ਗੱਲ ਸੁਣ ਲੈ ਕੰਨ ਖੋਲ ਕੇ ਦਿਲੀਏ ਸਾਡੇ ਨਾਲ ਜੇ ਲੜਨਾ, ਉੱਡਿਆ ਤੀਰ ਪੰਜਾਬ ਚੋਂ ਤਿੱਖਾ ਫੜ ਲੋ ਜੀ ਨੇ ਫੜਨਾ। ਕੀ ਬਾਤ ਹੈ। ਇਸ ਵੇਲੇ ਸਰਕਾਰ ਨੇ ਸ਼ਾਇਦ ਗਲਤ ਅੰਦਾਜ਼ਾ ਲਾ ਲਿਆ ਵੀ ਐਤਕੀ ਆਡਾ ਗਲਤ ਬੰਦੇ ਨਾਲ ਲੱਗ ਗਿਆ। ਉਹ ਬਾਕੀ ਦੇਖੋ ਜੀ, ਇਹ ਤਾਂ ਪਹਿਲੇ ਸਮਿਆਂ ਤੋਂ ਤੁਸੀਂ ਜਦੋਂ ਮਰਜ਼ੀ ਗੱਲ ਕਰ ਦਿਓ, ਜਦੋਂ ਵੀ ਹਨੇਰੀ ਝੁੱਲੀ ਆ ਨਾ ਆਪਣੇ ਦੇਸ਼ ਦੇ ਉੱਤੇ, ਪਹਿਲਾਂ ਮੋਹਰੇ ਪੰਜਾਬੀਆਂ ਨੇ ਹਿੱਕ ਤੇ ਗੋਲੀਆਂ ਖਾਧੀਆਂ ਨੇ। ਸੋ ਕੁਦਰਤੀ ਗੱਲ ਹੈ, ਜਦੋਂ ਮਾਲਕ ਕਰਦਾ ਸਹੀ ਲਈ ਕਰਦਾ, ਪਹਿਲਾਂ ਜੋ ਜਿਹਨੂੰ ਮਰਜ਼ੀ ਦਬਾ ਸਕਦੇ ਆ, ਪੰਜਾਬ ਦੱਬਦਾ ਨਹੀਂ ਕਦੇ ਵੀ, ਇਹ ਕਦੇ ਨਹੀਂ ਦੱਬਦਾ। ਤੁਹਾਡੀ ਗੱਲ ਕਰੀਏ, ਕਹਿੰਦੇ ਕਿ ਬੰਦਾ ਜਿਉਂ-ਜਿਉਂ ਉਮਰ ਜ਼ਿਆਦਾ ਹੁੰਦੀ ਹੈ ਉਹਦਾ ਸਰੀਰ ਉਸ ਹਿਸਾਬ ਨਾਲ ਹੋਣ ਲੱਗ ਪੈਂਦਾ, ਪਰ ਤੁਸੀਂ ਜਿਉਂ-ਜਿਉਂ ਉਮਰ ਵੱਧ ਰਹੀ ਹੈ ਉਹ ਲੋਕੀ ਕਹਿੰਦੇ ਕਿ ਜਵਾਨ ਹੋਈ ਜਾਂਦਾ। ਜੇ ਵੀ ਜਿਮ ਦੇ ਵਿੱਚ ਬੜਾ ਸਮਾਂ ਬਿਤਾਉਂਦੇ ਹੋ, ਲੱਗਦਾ ਕਿ ਉਹ ਜਿਹੜੇ ਨੌਜਵਾਨਾਂ ਨੂੰ ਤੁਸੀਂ ਲਗਾਤਾਰ ਮੋਟੀਵੇਟ ਕਰਦੇ ਰਹੇ ਹੋ, ਅੱਜ ਉਹ ਕੰਮ ਆ ਰਿਹਾ, ਕਿਉਂਕਿ ਜਿਸ ਤਰੀਕੇ ਨਾਲ ਨੌਜਵਾਨਾਂ ਨੇ ਮੇਰੇ ਹਿਸਾਬ ਨਾਲ ਐਡੇ ਵੱਡੇ ਪੱਥਰ ਹਟਾਏ ਨੇ ਹੱਥਾਂ ਦੇ ਨਾਲ, ਚੱਕ ਮਾਰੇ ਜੀ। ਉਹ ਮੈਂ ਤਾਂ ਪਹਿਲਾਂ ਤੋਂ ਇਹੀ ਗੱਲ ਹੈ, ਮੈਂ ਜਿੱਦਾਂ ਮੀਡੀਆ 'ਚ ਵੀ ਕਈ ਕਰੀ ਤੇ ਉਹ ਪੰਜਾਬ ਨਸ਼ੇ ਨੇ ਖਾ ਲਿਆ, ਪੰਜਾਬ ਐ ਹੋ ਗਿਆ। ਨਸ਼ਾ ਹਰੇਕ ਕੰਟਰੀ ਦੇ ਵਿੱਚ ਹੈ ਨਾ, ਉਹ ਕੁਛ ਕੁ ਹੋਣਗੇ ਲੋਕੀ, ਲੇਕਿਨ ਜਦੋਂ ਤੁਸੀਂ ਦਿਖਾਲਣੀ ਹੋਈ ਚੀਜ਼ ਆ, ਹੁਣ ਬਾਈ ਮੰਗੀ ਹੁਣੀ ਬੈਠੇ ਨੇ, ਸਾਰੇ ਬੈਠੇ, ਮੈਨੂੰ ਤਾਂ ਪਤਾ, ਅਸੀਂ 5:30 ਵਜੇ ਸਵੇਰੇ ਉੱਠ ਕੇ ਜਦੋਂ ਜਿੰਮ ਜਾਈਦਾ, ਮੁੰਡੇ ਕੁੜੀਆਂ ਨਾਲ ਭਰਿਆ ਹੁੰਦਾ। ਮੈਂ ਤਾਂ ਮੀਡੀਆ ਵਾਲਿਆਂ ਨੂੰ ਕਹਿੰਦਾ ਭਰਾਵਾ ਇਹ ਵੀ ਦਿਖਾਲ ਦਿਆ ਕਰੋ ਕਿਤੇ, ਹੈ ਨਾ। ਸੋ ਇਸ ਕਰਕੇ ਮੈਨੂੰ ਤਾਂ ਬਹੁਤ ਖੁਸ਼ੀ ਆ, ਮੈਂ ਤਾਂ ਆਪਣੀਆਂ ਸਨੈਪਚੈਟਾਂ ਜੋ ਵੀ ਆ ਉੱਥੇ ਪਾਉਣਾ ਰਹਿਣਾ, ਜੇ ਮੈਂ ਭੱਜ ਵੀ ਰਿਹਾ ਉਹ ਵੀ ਪਾਉਣਾ, ਵੀ ਕੋਈ ਇੱਕ ਵੀਡੀਓ ਦੇਖ ਕੇ ਚੰਗੇ ਕੰਮ ਲੱਗੂਗਾ, ਹੈ ਨਾ, ਕਿਉਂਕਿ ਪੋਜ਼ਿਟਿਵਿਟੀ ਦੀ ਬਹੁਤ ਲੋੜ ਆ। ਕੰਮ ਤਾਂ ਤੁਹਾਨੂੰ ਦੇਖ ਕੇ ਮੈਨੂੰ ਲੱਗਦਾ ਹੋਰ ਬਹੁਤ ਸਾਰੀ ਇੰਡਸਟਰੀ ਦੇ ਨੌਜਵਾਨ ਵੀ ਲੱਗ ਗਏ, ਉਹ ਕਹਿੰਦੇ ਜੈਜੀਬੀ ਦੇ ਨਾਲ ਅਸੀਂ ਜਾ ਕੇ ਬਾਈ ਦੇ ਨਾਲ ਜਿਮ ਨਹੀਂ ਕਰੀਦਾ, ਕਿਉਂਕਿ ਸਾਡੀ ਤਸੱਲੀ ਉਹ ਕਰਵਾ ਦਿੰਦਾ। ਇਹ ਗਲਤੀ ਸਾਰੀ ਗਿੱਪੀ ਦੀ, ਉਹਨੇ ਜ਼ਿਆਦਾ ਰੌਲਾ ਪਾਇਆ, ਡਰਾ ਤੇ ਬਹੁਤ ਬੰਦੇ, ਕਈ ਆਉਂਦੇ ਹੁੰਦੇ ਨਾਲ ਵਿਚਾਰੇ ਉੱਦੇ ਨਹੀਂ ਆਉਂਦੇ ਹੁਣ। ਬਾਈ ਦਾ ਸਟੈਮਨਾ ਹੀ ਬੜਾ ਹੋ ਗਿਆ। ਹਾਂਜੀ, ਨਹੀਂ ਦੇਖੋ ਸਟੈਮਨਾ ਕੁਦਰਤੀ ਗੱਲ ਆ, ਪਹਿਲਾਂ ਤੋਂ ਕਬੱਡੀ ਨਾਲ ਜੁੜਿਆ, ਮੇਰੇ ਬ੍ਰਦਰ ਗੁਰਦੇਵ ਸਿੰਘ ਬੈਂਸ, ਉਹ ਸਾਰੇ ਦਾਰੇ ਭਾਈ ਹੁਣੀ ਇਕੱਠੇ ਖੇਡਦੇ ਰਹੇ ਅਸੀਂ, ਹੈ ਨਾ, ਤੇ ਭੱਜੀ ਜਾਣਾ, ਸਪ੍ਰਿੰਟਾਂ ਲਾਈ ਜਾਣੀਆਂ, ਫਿਰ ਫੁੱਟਬਾਲ ਸੌਕਰ ਖੇਡੀ ਜਾਣਾ। ਇਹ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਹੈ ਨਾ। ਜੇ ਆਪਣੀ ਬੰਦਾ ਸਿਹਤ ਦਾ ਖਿਆਲ ਨਹੀਂ ਰੱਖ ਸਕਦਾ ਤੇ ਫਿਰ ਹੋਰ ਕੀ ਕਰ ਸਕਦਾ। ਬੜੀ ਜ਼ਰੂਰੀ ਹੈ ਇਸ ਵੇਲੇ, ਕਿਉਂਕਿ ਉਹੀ ਚੀਜ਼ਾਂ ਹੁਣ ਸਾਡੇ ਕੰਮ ਆ ਰਹੀਆਂ। ਸੰਘਰਸ਼ਾਂ ਦੇ ਵਿੱਚ ਇਸ ਤਰੀਕੇ ਨਾਲ ਰਾਤਾਂ ਕੱਟਣੀਆਂ ਬੜਾ ਮੁਸ਼ਕਿਲ ਹੋ ਜਾਂਦਾ ਆਮ ਬੰਦੇ ਲਈ, ਪਰ ਜਦੋਂ ਆਪਾਂ ਪਹਿਲਾਂ ਹੀ ਆਪਣੀ ਤਿਆਰੀ ਰੱਖੀ ਹੋਵੇ, ਪਹਿਲਾਂ ਹੀ ਆਪਾਂ ਕਸਰਤ ਕਰਦੇ ਰਹੇ ਹੋਈਏ, ਹੁਣ ਮੈਨੂੰ ਲੱਗਦਾ ਆਪਣੀ ਸਟੇਜ ਤੋਂ ਲੈ ਕੇ ਇੱਥੇ ਤੱਕ ਦਾ ਕਿੰਨਾ ਲੰਬਾ ਸਫ਼ਰ ਬਣ ਜਾਂਦਾ। ਨੌਜਵਾਨ ਦਿਹਾੜੀ ਦੀਆਂ ਪਤਾ ਨਹੀਂ ਕਿੰਨੀਆਂ ਗੇੜੀਆਂ ਲਾ ਲਾ। ਹਾਂ ਨਹੀਂ ਬਿਲਕੁਲ ਜੀ ਬਿਲਕੁਲ, ਹੈ ਨਾ। ਫਿਰ ਉਹ ਆਦਾ ਉਸਤਾਦ ਜੀ ਕਹਿੰਦੇ ਸੀ ਵੀ ਲੱਤਾਂ ਭਾਰ ਨਹੀਂ ਚੱਲਦੀਆਂ ਜਦ ਬਿਪਤਾ ਪੈਂਦੀ, ਹੈ ਨਾ। ਜਦੋਂ ਫਿਰ ਮਿਹਨਤ ਕੀਤੀ ਹੋਵੇ ਤਾਂ ਫਿਰ ਬੰਦਾ ਤਾਂ ਬੁੱਕਦਾ ਫਿਰਦਾ। ਹਾਂਜੀ, ਅਖੀਰ ਤੇ ਇੱਕ ਗੱਲ ਤੁਹਾਡੇ ਤੋਂ, ਕਿਉਂਕਿ ਤੁਹਾਡੀ ਵਾਰ ਜਦੋਂ ਤੁਸੀਂ ਸਟੇਜ ਦੀ ਸ਼ੁਰੂਆਤ ਕਰਦੇ ਆ ਨਾ, ਤੇ ਉਹ ਵਾਰ ਗਾਉਂਦੇ ਹੁੰਦੇ ਆ, ਉਸ ਵਾਰ ਦੇ ਨਾਲ ਜੋਸ਼ ਜਿਹੜਾ ਭਰਦਾ ਨੌਜਵਾਨਾਂ ਦੇ ਵਿੱਚ, ਉਹ ਬੜਾ ਲਾਜਵਾਬ ਹੁੰਦਾ ਹੈ। ਤੇ ਉਹ ਵਾਰ ਦੇ 2 ਸ਼ਬਦ ਜੇ। ਹਾਂਜੀ ਬਿਲਕੁਲ ਜੀ, ਉਸਤਾਦ ਜੀ ਸਾਡੇ ਮਾਨਕ ਸਾਹਿਬ, ਉਹਨਾਂ ਨੇ ਹਮੇਸ਼ਾ ਵਾਰ ਗਾਈ ਹੈ। ਮੈਂ ਕਦੇ ਗਾਈ ਨਹੀਂ ਜਿੰਨਾ ਚਿਰ ਜਿੰਦੇ ਰਹੇ ਨੇ ਉਹ, ਤੇ ਲੇਕਿਨ ਉਹ ਮੈਂ ਸਮਝਿਆ ਵੀ ਮੇਰਾ ਫਰਜ਼ ਆ ਗਾਉਣਾ ਨਾਲ ਦੀ। ਉਹ ਹਮੇਸ਼ਾ ਜਿੱਥੇ ਮਰਜ਼ੀ ਪ੍ਰੋਗਰਾਮ ਹੋਵੇ ਉਹੀ ਗਾਉਂਦੇ ਸੀ। ਤੇ ਉਸਤਾਦ ਜੀ ਨੂੰ ਵੀ ਯਾਦ ਕਰਦੇ ਆ। ਲੈ ਕੇ ਕਲਗੀਧਰ ਤੋਂ ਥਾਪੜਾ ਓ ਕੁਝ ਦਿਨ ਖੇਡ ਲਾ, ਮੌਜਾਂ ਮਾਣ ਲਾ, ਤੈਂ ਭੱਜ ਜਾਵਣਾ ਉਹ ਕੰਗਣਾ ਕੱਚ ਦਿਆ। ਲੈ ਕੇ ਕਲਗੀਧਰ ਤੋਂ ਥਾਪੜਾ ਦਿੱਤਾ ਚਰਨੀ ਸੀਸ ਨਿਭਾ, ਬੰਦਾ ਸਿੰਘ ਬਹਾਦਰ ਬਣ ਗਿਆ, ਲਿਆ ਮਾਦੋ ਨਾ ਬਦਲਾ, ਉਹਦੇ ਥਰ ਥਰ ਡੋਲੇ ਫੜਕਦੇ ਗਿਆ, ਖੂਨ ਅੱਖਾਂ ਦੇ ਵਿੱਚ ਆ। ਕੀ ਬਾਤ ਹੈ ਬਾਈ। ਅਖੀਰ ਤੇ ਜੇ ਅਸੀਂ ਹੁਣ ਗੱਲ ਕਰੀਏ, ਜਿਸ ਤਰੀਕੇ ਦਾ ਸਰਕਾਰ ਦਾ ਅੜੀਅਲ ਰਵੱਈਆ,
ਜੇ ਜੀ ਵੀ ਦੋ ਟੁਕ ਜਵਾਬ ਕੀ ਦੇਣਾ ਚਾਹੁੰਦਾ, ਕੀ ਕਹਿਣਾ ਚਾਹੁੰਦਾ ਆਪਣੇ? ਨਹੀਂ ਦੇਖੋ, ਮੇਰੇ ਵੱਲੋਂ ਤਾਂ ਬੇਨਤੀ ਹੈ ਜੀ, ਕਿਉਂਕਿ ਸਾਰੇ ਵਰਲਡ ਦੇਖ ਰਿਹਾ ਇਸ ਵੇਲੇ, ਕੱਲਾ ਇੱਥੇ ਦਾ ਮੀਡੀਆ ਨੇ ਜਾਂ ਸਾਰੇ ਵਰਲਡ ਵਾਈਡ ਹੋ ਗਈ, ਵਰਲਡ ਇਜ਼ ਵਾਚਿੰਗ ਚੱਲ ਰਿਹਾ। ਮਤਲਬ ਇੱਕ ਤਾਂ ਕੰਟਰੀ ਦੀ ਬੇਇੱਜ਼ਤੀ ਹੋ ਰਹੀ ਬਹੁਤ ਜ਼ਿਆਦਾ ਵੀ ਐਡੇ ਕਿੱਡਾ ਮਸਲਾ ਹੋ ਗਿਆ ਜੇ ਲੱਖਾਂ ਕਰੋੜਾਂ ਬੰਦੇ ਰੋਡ ਤੇ ਆ, ਠੀਕ ਹੈ, ਸਾਰੀ ਦੁਨੀਆ ਨਾਲ ਆ ਵੀ ਇਹੋ ਜਿਹੀ ਕਿਹੜੇ ਤੁਸੀਂ ਕਾਨੂੰਨ ਪਾਸ ਕਰਤੇ ਵੀ ਜਿਹੜੇ ਧੱਕੇ ਨਾਲ ਥੋਪ ਰਹੇ। ਸੋ ਮੇਰੀ ਤਾਂ ਬੇਨਤੀ ਆ ਵੀ ਨਵਾਂ ਸਾਲ ਆ ਰਿਹਾ, ਸਰਕਾਰ ਇਹਨੂੰ ਰੱਦ ਕਰੇ ਤੇ ਸਾਰੇ ਕਿਸਾਨਾਂ ਨੂੰ ਕਹੋ ਜੀ ਆਹ ਲਓ ਜੀ ਤੁਹਾਡਾ ਹੈਪੀ ਨਿਊ ਈਅਰ ਗਿਫਟ, ਬੈਸਟ ਹੈ। ਇਸ ਵੇਲੇ ਇਹੀ ਚਾਹੀਦਾ, ਕਿਉਂਕਿ ਜਿਸ ਤਰੀਕੇ ਨਾਲ ਲੋਕਾਂ ਦੀਆਂ ਆਸਾਂ ਬੱਝੀਆਂ ਹੋਈਆਂ ਨੇ, ਉਹ ਤਾਂ ਇਹੀ ਚਾਹੁੰਦੇ ਵੀ ਰੱਦ ਹੋਣ ਤੇ ਅਸੀਂ ਆਪਣੇ ਘਰਾਂ ਨੂੰ ਵਾਪਸ। ਬਿਲਕੁਲ ਜੀ ਬਿਲਕੁਲ, ਕਿ ਉਹ ਦੇਖੋ ਕਿਸੇ ਦਾ ਜੀ ਨਹੀਂ ਕਰਦਾ। ਜੇ ਹੁਣ ਤੁਸੀਂ ਕਈ ਮੀਡੀਆ ਦਿਖਾਲਦਾ ਇਹ ਤਾਂ ਜੀ ਇੱਥੇ ਪਾਰਟੀਆਂ ਕਰਦੇ, ਇੱਥੇ ਇਹ ਕਰਦੇ ਨਹੀਂ, ਉਹ ਹੈ ਚੜ੍ਹਦੀ ਕਲਾ, ਹੈ ਨਾ, ਇਹਦਾ ਮਤਲਬ ਇਹ ਨਹੀਂ ਦੁੱਖ ਨਹੀਂ ਹੈ। ਇੱਕ ਬਾਈ ਨੇ ਬੜੀ ਅਹਿਮ ਗੱਲ ਕਹੀ, ਕਹਿੰਦੇ ਅਕਸਰ ਸਰਕਾਰ ਦਾ ਆਡਾ ਲੱਗਦਾ ਸੀਗਾ ਭੁੱਖ ਹੜਤਾਲੀਆਂ ਨਾਲ, ਇੱਥੇ ਤਾਂ ਰੱਜ ਹੜਤਾਲੀ ਆ ਗਏ, ਰੱਜ ਕੇ ਹੜਤਾਲ ਕਰ ਇਹ ਤਾਂ ਦੂਸਰੇ ਨੂੰ ਰਜਾਉਂਦੇ ਆ ਜੀ, ਹੈ ਨਾ, ਇਹ ਭੁੱਖ ਹੜਤਾਲ ਦਾ ਤਾਂ ਮਤਲਬ ਨਹੀਂ ਬਣਦਾ, ਸਮਝੋ ਗੱਲ, ਇਹ ਤਾਂ ਮਤਲਬ ਚੜ੍ਹਦੀ ਕਲਾ ਵਾਲਾ ਗੱਲ ਹੈ। ਸੋ ਪਰ ਇਹੀ ਬੇਨਤੀ ਆ ਵੀ ਬਸ ਰੱਦ ਕਰਨ ਕਾਨੂੰਨ। ਨੌਜਵਾਨਾਂ ਨੂੰ ਕੀ ਸੁਨੇਹਾ ਅਖੀਰ ਤੇ? ਨੌਜਵਾਨਾਂ ਨੂੰ ਇਹੀ ਆ ਵੀ ਕੰਮ ਖਿੱਚ ਕੇ ਰੱਖੋ। ਬਹੁਤ ਮਤਲਬ ਮੈਂ ਪ੍ਰਾਊਡ ਫੀਲ ਕਰਦਾ ਵੀ ਪੰਜਾਬ 'ਚ ਮੈਂ ਜੰਮਿਆ, ਹੈ ਨਾ, ਜਿਸ ਪੰਜਾਬ ਨੂੰ ਕਹਿੰਦੇ ਸੀ ਨਸ਼ੇ 'ਚ ਡੁੱਬਿਆ ਪਿਆ, ਤੇ ਅੱਜ ਬੜਕਾਂ ਮਾਰਦੇ ਨੇ ਬਜ਼ੁਰਗ ਜਿਹੜੇ ਨੇ 80-80 ਸਾਲ ਵਾਲੇ, ਸਵੇਰੇ ਬੈਠਕਾਂ ਥਾਪੀਆਂ ਮਾਰਦੇ ਨੇ, ਤੇ ਆਪਣੇ ਜਿਹੜੇ ਨੌਜਵਾਨ ਨੇ ਨਾਲ ਦੀ ਨਾਲ ਕਲਮ ਜਿਹੜੀ ਆ ਉਹ ਵਧੀਆ ਹੋ ਗਈ ਨਾ, ਕਿਉਂਕਿ ਹਮੇਸ਼ਾ ਦਿੱਲੀ ਦਾ ਅੱਗੇ ਵੀ 18-19 ਵਾਰ ਜਿੱਤ ਕੇ ਛੱਡਤੀ ਸੀ ਨਾ, ਉਹ ਕਲਮ ਤੋਂ ਆਪਾਂ ਹਮੇਸ਼ਾ ਮਾਰ ਖਾ ਜਾਂਦੇ ਸੀ। ਬੜੀ ਅਹਿਮ ਚੀਜ਼ ਰਹੀ ਹੈ ਕਿ ਬਹੁਤ ਸਾਰੇ ਇੱਕ ਸ਼ਿਕਵਾ ਰਹਿੰਦਾ ਸੀਗਾ ਅਕਸਰ ਕਲਾਕਾਰਾਂ ਦੇ ਨਾਲ ਵੀ, ਕਲਾਕਾਰ ਹਥਿਆਰਾਂ ਵਾਲੇ ਗੀਤ ਗਾਉਂਦੇ ਨੇ, ਇੱਦਾਂ ਦੇ ਗੀਤ ਗਾਉਂਦੇ ਨੇ, ਨਸ਼ੇ ਵਾਲੇ ਗਾਉਂਦੇ ਨੇ, ਪਰ ਹੁਣ ਇੱਦਾਂ ਦਾ ਆਪਾਂ ਕਹ ਲਈਏ ਮਾਹੌਲ ਬਣ ਗਿਆ ਕਿ ਡਿਮਾਂਡ ਹੀ ਇਹ ਹੈ ਕਿ ਸਾਰੇ ਇਸ ਵੇਲੇ ਜਿੰਨੇ ਵੀ ਕਲਾਕਾਰ ਨੇ ਕੋਸ਼ਿਸ਼ ਕਰ ਰਹੇ ਨੇ ਕਿ ਸੰਘਰਸ਼ ਨਾਲ ਜੁੜਿਆ ਗੀਤ ਗਾਇਆ। ਬਿਲਕੁਲ ਜੀ ਬਿਲਕੁਲ, ਇਹ ਬਹੁਤ ਵਧੀਆ ਗੱਲ ਹੈ, ਇੱਕ ਏਕੇ ਦੀ ਨਿਸ਼ਾਨੀ ਆ, ਤੇ ਬਸ ਮਾਲਕ ਅੱਗੇ ਇਹੀ ਅਰਦਾਸ ਆ ਵੀ ਇਸੇ ਤਰ੍ਹਾਂ ਰਵੇ। ਜਿਹੜੇ ਇਸ ਪ੍ਰੋਟੈਸਟ ਨੇ ਆਮ ਬਾਹਰਲੇ ਲੋਕੀ ਨੇ ਪਤਾ ਨਹੀਂ ਕਿੱਥੇ ਕਿੱਥੇ ਫਸਦੇ ਨੇ, ਉਹਨਾਂ ਦਾ ਕੋਈ ਕਿਸਾਨੀ ਨਾਲ ਲੈਣਾ ਦੇਣਾ ਨਹੀਂ, ਲੇਕਿਨ ਇਨਸਾਨੀ ਨਾਲ ਹੈ। ਉਹ ਇਨਸਾਨ ਅਸਲੀ ਬਣਾਤੇ ਉਹਨੇ ਵੀ ਇੱਦਾਂ ਪਿਆਰ ਹੁੰਦਾ, ਆ ਪੈਸਾ ਪੂਸਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ, ਰਹਿਣਾ ਤਾਂ ਤੁਹਾਡਾ ਜਿਹੜੀ ਜ਼ਮੀਰ ਜਾਗਦੀ ਵੀ ਬੰਦਾ ਵਧੀਆ ਹੁੰਦਾ ਹੀ ਹੈ। ਇੱਕ ਭਰਮ ਸੀਗਾ ਲੋਕਾਂ ਦੇ ਵਿੱਚ ਜਿਹੜੇ NRI ਬਾਹਰੋਂ ਆ ਰਹੇ, ਕਹਿੰਦੇ ਸਾਨੂੰ ਤੰਗ ਪਰੇਸ਼ਾਨ ਬੜਾ ਕੀਤਾ ਜਾ ਰਿਹਾ, ਤੁਸੀਂ ਵੀ ਆਏ ਹੋ, ਕਿਉਂਕਿ ਉਹਨਾਂ ਦੇ ਜ਼ਿਹਨ ਦੇ ਵਿੱਚ ਹਲੇ ਵੀ ਇਹ ਚੀਜ਼ ਹੈ ਕਿ ਭਰਮ ਹੈਗਾ ਕਿ ਹਾਂ ਸਾਨੂੰ ਤੰਗ ਕੀਤਾ ਜਾ ਰਿਹਾ, 에ਅਰਪੋਰਟ ਤੋਂ ਲੰਘਣ ਨਹੀਂ ਦਿੱਤਾ ਜਾ ਰਿਹਾ, ਜਾਂ ਕਰੋਨਾ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਤੁਸੀਂ ਆਏ ਹੋ, ਸਾਰਾ ਪ੍ਰੋਸੀਜਰ ਸਹੀ ਰਿਹਾ? ਨਾ ਜੀ, ਨਹੀਂ ਉਹ ਕਰਦੇ ਆ ਜੀ, ਤੰਗ ਤਾਂ ਕਰਦੇ ਆ ਪੂਰਾ, ਮਤਲਬ ਇੱਕ ਉਹ ਹਿੱਸਾ ਉਹ ਹੋ ਗਿਆ ਨਾ ਵੀ ਪੈਸੇ ਬਣਾਉਣੇ, ਇੱਕ ਤਾਂ ਉਹ ਗੱਲ ਹੋ ਗਈ, ਠੀਕ ਹੈ ਨਾ। ਜੇ ਉੱਥੇ ਟੈਸਟ ਬੰਦੇ ਨੇ ਕਰਾਇਆ ਵੀ, ਇੱਥੇ ਕਹਿੰਦੇ ਨਹੀਂ ਨਹੀਂ ਇੱਥੇ ਫਿਰ ਦੁਬਾਰਾ ਕਰਾਉਣਾ ਪੈਣਾ, ਕਿਹੜਾ ਟੈਸਟ ਹੋ ਗਿਆ ਜੀ ਤੁਹਾਡਾ, ਹੈ ਨਾ, ਮਤਲਬ ਉਹ ਜਿਹੜੇ ਹੈਗੀ ਆ ਉਹ ਕਰਦੇ ਨੇ ਤੰਗ, ਪਰ ਆਪਣੇ ਇੱਦਾਂ ਦੇ ਟੈਸਟਾਂ ਟੂਸਟਾਂ ਤੋਂ ਕਿਹੜੇ ਡਰਦੇ ਨੇ, ਹੈ ਨਾ। ਬਾਕੀ ਜੋ ਪ੍ਰੈਸ਼ਰ ਗੌਰਮੈਂਟ ਉਹ ਵੀ ਪੈਣਾ ਹੀ ਪੈਣਾ, ਉਹ ਸਾਰਿਆਂ 'ਤੇ ਦਬਾਅ ਪੈਣਾ ਹੀ ਪੈਣਾ ਵੀ, ਹੈ ਨਾ, ਕੋਈ ਆਹ ਰੇਡ ਮਾਰ ਦਿਓ, ਆਹ ਪਾ ਦਿਓ, ਪਰ ਡਰਨੇ ਵਾਲੀ ਕੋਈ ਚੱਕਰ ਵਾਲੀ ਤੁਸੀਂ ਗੱਲ ਕੀਤੀ। ਹੁਣ ਬਹੁਤ ਸਾਰੇ ਕਲਾਕਾਰ, ਕਈ ਪੰਜਾਬੀ ਇੰਡਸਟਰੀ ਦੇ ਬੰਦੇ ਉਹ ਜਿਹੜੇ ਅੱਜ ਬਾਲੀਵੁੱਡ 'ਚ ਵੀ ਜਾ ਕੇ ਸਟਾਰ ਬਣ ਗਏ, ਕਈ ਹੈਗੇ ਨੇ ਇੱਦਾਂ ਦੇ, ਤੇ ਉਹ ਹਲੇ ਕੁਝ ਨਹੀਂ ਬੋਲ ਰਹੇ। ਉਹਨਾਂ ਨੂੰ ਡਰ ਹੀ ਇਹ ਹੈ ਕਿ ਅੱਜ ਜੇ ਅਸੀਂ ਬੋਲੇ ਤਾਂ ਕੱਲ੍ਹ ਨੂੰ ਸਾਡੇ ਰੇਡਾਂ ਵੱਜਣਗੀਆਂ, ED ਦੀ ਰੇਡ ਵੱਜੂਗੀ, CBI ਦੀ ਰੇਡ ਵੱਜੂਗੀ, ਉਹ ਬੜੇ ਭਰਮ ਨੇ, ਉਹ ਵੀ ਫਲਾਈ। ਹਾਂਜੀ ਚਲੋ ਰੇਡ ਪੈ ਜਾਣਗੇ ਫਿਰ ਕੀ ਹੋ ਜਾਊਗਾ, ਆ ਲੋਕਾਂ ਦਾ ਅੱਗੇ ਮੂੰਹ ਤਾਂ ਦਿਖਾ ਸਕੋਗੇ ਲੀਸਟ ਤੁਸੀਂ, ਹੈ ਨਾ। ਹੁਣ ਰੇਡ ਤਾਂ ਨਹੀਂ ਪਊਗੀ, ਕੀ ਉਹ ਲੋਕਾਂ ਦੇ ਸਾਹਮਣੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਲੈਣਗੇ? ਕਦੇ ਪੰਜਾਬ 'ਚ ਆ ਕੇ ਕਹਿ ਦਾਂਗੇ ਵੀ ਹਾਂ ਮੈਂ ਪੰਜਾਬ ਦਾ ਪੁੱਤ ਹਾਂ, ਹਾਂਜੀ, ਫਿਰ ਗੱਲ ਤਾਂ ਇਹ ਹੈ ਨਾ, ਜ਼ਮੀਰ ਜਾਗਦੀ ਜ਼ਮੀਰ ਚਾਹੀਦੀ ਜ਼ਰੂਰ, ਫਿਰ ਲੋਕਾਂ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ, ਨਹੀਂ ਰਹਿਣਾ ਜੀ, ਨਹੀਂ ਰਹਿਣਾ, ਬਿਲਕੁਲ। ਬਹੁਤ। ਤੇ ਅਖੀਰ ਦੇ ਵਿੱਚ NRI ਵੀਰਾਂ ਨੂੰ ਕੋਈ ਸੁਨੇਹਾ? ਮੈਨੂੰ ਤਾਂ ਇਹੀ ਹੈ ਜੀ ਕਿ ਮੈਂ ਆਪ ਉੱਥੋਂ ਆਇਆ, ਬਹੁਤ ਜੋ ਕਰ ਰਹੇ ਨੇ NRI ਵੀਰ ਨਾ, ਬਸ ਇਸੇ ਤਰ੍ਹਾਂ ਕੰਮ ਖਿੱਚ ਕੇ ਰੱਖੋ, ਕਿਉਂਕਿ ਕੁਦਰਤੀ ਗੱਲ ਆ, ਸਾਡੀ ਕੌਮ ਨੂੰ ਇਹ ਬਖਸ਼ ਆ, ਚਾਹੇ ਕਿਸੇ ਤੇ ਭੀੜ ਪਈ ਹੋਵੇ, ਮਿੰਟਾਂ ਸਕਿੰਟਾਂ 'ਚ ਬਸ ਹਨੇਰੀਆਂ ਲਿਆ ਦਿੰਦੇ ਨੇ ਕਿਸੇ ਕੰਮ ਦੀ। ਹੁਣ ਇੱਥੇ ਦੇਖੋ ਤੁਸੀਂ ਲੰਗਰਾਂ ਵਾਲੇ ਹਾਲਾਂ 'ਚ ਭਰੇ ਪਏ ਨੇ, ਆਪਣੇ ਟੋਨੀ ਬਾਈ ਬਾਈ ਹੁਣਾਂ ਨਾਲ ਮੇਰੀ ਗੱਲ ਹੋ ਰਹੀ ਸੀ, ਕਹਿੰਦੇ ਰਾਤ ਨੂੰ ਅਸੀਂ ਸੋਚਦੇ ਹਾਂ ਵੀ ਯਾਰ ਆਹ ਸਵੇਰੇ ਚੀਜ਼ ਮੰਗਾਉਣੀ ਆ, ਸਵੇਰ ਨੂੰ ਕਹਿੰਦੇ ਪਤਾ ਨਹੀਂ ਕਿੱਥੋਂ ਆ ਜਾਂਦੀ ਹੈ ਨਾ। ਸੋ ਇਹ ਇਸੇ ਤਰ੍ਹਾਂ ਬਸ ਕੰਮ ਖਿੱਚ ਕੇ ਰੱਖਣਾ। ਬਾਹਰੋਂ ਤਾਂ ਬਹੁਤ ਨੇ ਸੱਜਣ ਮਿੱਤਰ ਨੇ ਜਿਹੜੇ ਵਿੱਚ ਦੱਸਿਓ ਜਦੋਂ ਕੁਝ ਚਾਹੀਦਾ ਹੋਵੇ। ਵੈਸੇ ਇਸ ਵੇਲੇ ਬਾਈ ਉਹਦਾ ਮੰਨਣ ਵਾਲੀ ਗੱਲ ਹੈ ਕਿ ਕਲਾ ਹੀ ਵਰਤ ਰਹੀ ਆ। ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਉਹ ਚੀਜ਼ਾਂ ਦੇਖੀਆਂ ਨੇ ਜਦੋਂ ਸ਼ੰਭੂ ਬਾਰਡਰ ਤੋੜਿਆ, ਬੈਰੀਅਰ ਤੋੜਿਆ, ਨੌਜਵਾਨਾਂ ਨੇ ਜਿਸ ਤਰੀਕੇ ਨਾਲ ਹੱਥਾਂ ਨਾਲ ਪੱਥਰ ਤਾਂ ਪਰੇ ਕੀਤੇ ਰੋਡ ਰੋਲਰ ਪਰੇ ਕਰਤੇ, ਜਿਨ੍ਹਾਂ ਨਾਲ ਆਪਾਂ ਸੜਕਾਂ ਨਹੀਂ ਪਲੇਨ ਕਰਦੇ। ਉਹ ਪਤਾ ਨਹੀਂ ਕਿਹੜੀ ਕਲਾ ਵਰਤ ਰਹੀ ਸੀ ਉਸ ਵੇਲੇ। ਤਾਂ ਅਸੀਂ ਉਹ ਚੀਜ਼ਾਂ ਦੇਖ ਕੇ, ਇੱਕ ਗੱਡੀ ਮੋਰੇ ਆ ਗਈ, ਟਰਾਲੇ ਨਹੀਂ ਨਿਕਲ ਰਹੀ ਸੀ, ਉਹਨਾਂ ਨੇ ਹੱਥਾਂ ਨਾਲ ਚੱਕ ਕੇ ਗੱਡੀ ਸਾਈਡ ਤੇ ਕਰਤੀ। ਤਾਂ ਇਦਾਂ ਦੀ ਕਲਾ ਵਾਪਰੀ। ਨਹੀਂ ਉਹੀ ਗੱਲ ਆ, ਉਹ ਕਲਾ ਵਰਤਾਉਣ ਵਾਲਾ ਮਾਲਕ ਹੈ ਮਹਾਰਾਜ, ਹੈ ਨਾ। ਗੁਰੂਆਂ ਪੀਰਾਂ ਨੇ ਸਾਡੇ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਨੇ ਉਹ ਵਿਅਰਥ ਨਹੀਂ ਜਾਣ ਦਿੰਦੇ। ਉਹ ਫਿਰ ਪਤਾ ਨਹੀਂ ਕਿੱਥੋਂ ਸ਼ਕਤੀ ਆਉਂਦੀ ਹੈ। ਹਾਂਜੀ, ਉਹ ਮੁੰਡਾ ਮਾਰਦਾ ਸੀ ਉੱਤੇ ਪਾਣੀ ਵਾਲੇ ਟਰੱਕ ਦੇ ਉੱਤੇ ਛਾਲ, ਹੈ ਨਾ, ਤੇ ਕਿੱਦਾਂ ਬੰਦ ਕੀਤਾ, ਉਹ ਕਰਦੇ ਪੱਟ ਛੱਡਿਆ ਸਾਰਾ ਕੁਛ। ਸੋ ਇਹ ਮਾਲਕ ਦੀ ਕਿਰਪਾ ਹੀ ਹੈ ਜੀ ਇਹ।